ਅਸੀਂ ਗੱਲਬਾਤ ਕੀਤੀ ਸੀ ਡਾਕਟਰ ਮੁਰਤਜ਼ਾ ਦੇ ਨਾਲ, ਜਿਨ੍ਹਾਂ ਨੇ ਸ਼ੂਗਰ ਦੇ ਬਾਰੇ ਦੱਸਿਆ ਸੀ, ਸ਼ੂਗਰ ਦੇ ਰੋਗਾਂ ਦੇ ਬਾਰੇ ਦੱਸਿਆ ਸੀ ਕਿ ਕਿਸ ਤਰ੍ਹਾਂ ਨਾਲ ਉਹ ਠੀਕ ਕਰਦੇ ਨੇ। ਬਹੁਤ ਸਾਰੇ ਲੋਕ ਹੁਣ ਉਹਨਾਂ ਨੂੰ ਸ਼ੂਗਰ ਡਾਕਟਰ ਦੇ ਨਾਮ ਨਾਲ ਜਾਣਨ ਲੱਗ ਗਏ ਨੇ ਤੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਲੋਕ ਇਹਨਾਂ ਦੇ ਕੋਲ ਆਉਂਦੇ ਨੇ ਤੇ ਕਿੰਨੇ ਸਾਲ ਪੁਰਾਣੀ ਬਿਮਾਰੀ ਉਹਨਾਂ ਦੀ ਠੀਕ ਵੀ ਹੋ ਜਾਂਦੀ ਹੈ। ਬੜੀਆਂ ਬੜੀਆਂ ਐਗਜ਼ਾਮਪਲਸ ਵੀ ਸਾਡੇ ਸਾਹਮਣੇ ਹੈਗੀਆਂ ਨੇ। ਬਹੁਤ ਸਾਰੇ ਸਵਾਲ ਉਹਨਾਂ ਦੇ ਸਾਡੇ ਤੱਕ ਪਹੁੰਚਦੇ ਨੇ ਤੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਤੁਹਾਡੇ ਸਵਾਲ ਅਸੀਂ ਡਾਕਟਰ ਸਾਹਿਬ ਤੱਕ ਪਹੁੰਚਾ ਦਈਏ। ਤੇ ਹੁਣ ਦਵਾਈਆਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ। ਆਓ ਇਹ ਗੱਲਬਾਤ ਕਰਦੇ ਹਾਂ ਦਵਾਈਆਂ ਦੇ ਬਾਰੇ। ਜਿਹੜੀਆਂ ਦਵਾਈਆਂ ਇਹਨਾਂ ਦੇ ਦੁਆਰਾ ਪਹੁੰਚਾਈਆਂ ਨਹੀਂ ਜਾ ਸਕਦੀਆਂ, ਕਿਉਂ ਨਹੀਂ ਪਹੁੰਚਾਈਆਂ ਜਾ ਸਕਦੀਆਂ, ਕਿਉਂ ਲੋਕ ਇਹਨਾਂ ਨਾਲ ਜਿਹੜੀ ਵਾਰਤਾਲਾਪ ਕਰਦੇ ਨੇ ਤੇ ਪਰ ਕਹਿੰਦੇ ਨੇ ਕਿ ਸਾਡੇ ਤੱਕ ਦਵਾਈ ਨਹੀਂ ਪਹੁੰਚ ਰਹੀ। ਆਓ ਉਹਨਾਂ ਦੀ ਸ਼ਿਕਾਇਤ ਅਸੀਂ ਡਾਕਟਰ ਸਾਹਿਬ ਤੱਕ ਪਹੁੰਚਾਉਂਦੇ ਹਾਂ ਤੇ ਇਹਨਾਂ ਤੋਂ ਜਾਣਦੇ ਹਾਂ ਕਿ ਕੀ ਕਾਰਨ ਨੇ। ਆਓ ਸਵਾਗਤ ਕਰਦੇ ਹਾਂ ਡਾਕਟਰ ਮੁਰਤਜ਼ਾ। ਸਵਾਗਤ ਹੈ ਜੀ। ਥੈਂਕ ਯੂ ਅਰਸ਼, ਹਾਊ ਆਰ ਯੂ? ਗੁੱਡ ਜੀ, ਤੁਸੀਂ ਸੁਣਾਓ? ਗ੍ਰੇਟ, ਐਕਸਲੈਂਟ। ਅੱਜ ਤੇ ਬੜੇ ਤੁਸੀਂ ਉਮਰ 10 ਸਾਲ ਘੱਟ ਲੱਗ ਰਹੀ ਤੁਹਾਡੀ। ਲੱਗਣੀ ਚਾਹੀਦੀ ਹੈ ਜੀ। ਜਦੋਂ ਅਸੀਂ ਖੁਸ਼ ਹੁੰਦੇ ਆ ਨਾ, ਮੈਨੂੰ ਲੱਗਦਾ ਉਦੋਂ ਉਮਰ ਘੱਟ ਹੀ ਲੱਗਦੀ ਹੁੰਦੀ ਹੈ। ਸੋ ਕਹਿੰਦੇ ਦਿਲ ਵਧੀਆ ਹੋਣਾ ਚਾਹੀਦਾ, ਉਮਰ ਤਾਂ ਅਸੀਂ ਵੱਧਦੀ ਘਟਦੀ ਰਹਿੰਦੀ ਹੈਗੀ ਆ। ਸੋ ਹਰ ਸਾਲ ਹਰ ਦਿਨ ਅਸੀਂ ਜਿਹੜੇ ਹੋਰ 올ਡਰ ਹੁੰਦੇ ਜਾਂਦੇ ਆ। ਉਮਰ ਵੱਧਦੀ ਹੈ, ਘਟਦੀ ਨਹੀਂ। ਉਹ ਕੀ ਕਹਿੰਦੇ ਕਿ यूं तो हर साल ही पूरा होता है, पर देख तुम्हारे शहर में एक काम अधूरा होता है, एक नाम अधूरा होता है। ਵੈਰੀ ਨਾਈਸ। ਅੱਛਾ, ਹੁਣ ਤੁਸੀਂ ਡਾਕਟਰ ਤੋਂ ਸ਼ਾਇਰ ਵੀ ਹੋ ਗਏ ਹੋ? ਨਹੀਂ, ਸ਼ਾਇਰ ਤਾਂ ਕੀ ਹੋ ਰਿਹਾ ਜੀ। ਜੀ। ਸੋ ਡਾਕਟਰ ਸਾਹਿਬ, ਬਹੁਤ ਸਾਰੀਆਂ ਅਸੀਂ ਬਿਮਾਰੀਆਂ ਦੀ ਗੱਲ ਕਰਦੇ ਹਾਂ। ਸੋ ਮੈਨੂੰ ਲੱਗਦਾ ਕਿ ਪਿਛਲੇ ਕਈ ਸਾਲਾਂ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਆ, ਅਸੀਂ ਤੁਹਾਡੇ ਨਾਲ ਜੁੜੇ ਹੋਏ ਆ ਤੇ ਅਸੀਂ ਬਿਮਾਰੀਆਂ ਦੇ ਬਾਰੇ ਵੀ ਗੱਲ ਕਰਦੇ ਹਾਂ, ਮੈਡੀਸਨ ਦੇ ਬਾਰੇ ਵੀ ਗੱਲ ਕਰਦੇ ਹਾਂ, ਆਯੁਰਵੇਦ ਬਾਰੇ ਵੀ ਗੱਲ ਕਰਦੇ ਹਾਂ, ਅਸੀਂ ਰੈਮੀਡੀਜ਼ ਬਾਰੇ ਗੱਲ ਕਰਦੇ ਹਾਂ ਕਿ ਕਿਚਨ 'ਚ ਕਈ ਰੋਗਾਂ ਦਾ ਇਲਾਜ ਮਿਲ ਜਾਂਦਾ ਤੁਹਾਨੂੰ। ਪਰ ਜੇ ਸੀਰੀਅਸ ਰੋਗ ਹੈਗਾ ਤਾਂ ਤੁਹਾਨੂੰ ਮੈਡੀਸਨ ਲੈਣੀ ਪੈਂਦੀ ਹੈ, ਦਵਾਈ ਲੈਣੀ ਪੈਂਦੀ ਹੈ। ਤੁਹਾਡੀ ਦਵਾਈ ਹਮੇਸ਼ਾ ਯੂਨੀਕ ਹੁੰਦੀ ਹੈ। ਤੁਸੀਂ ਹਮੇਸ਼ਾ ਕਹਿੰਦੇ ਆ ਕਿ ਆਪਣੀ ਦਵਾਈ ਜਿਹੜੀ ਹੈ ਨਾ ਛੱਡੋ, ਆਪਦੀ ਦਵਾਈ ਲੈਂਦੇ ਰਹੋ, ਪਰ ਨਾਲ ਨਾਲ ਜਿਹੜੀ ਮੇਰੀ ਦਵਾਈ ਹੈ ਉਹ ਵੀ ਖਾ ਕੇ ਦੇਖੋ ਤੁਸੀਂ ਕਿ ਇਹਦੇ ਨਾਲ ਇਲਾਜ ਹੋ ਜਾਂਦਾ ਤੇ ਤੁਸੀਂ ਖੁਦ ਬ ਖੁਦ ਦੂਜੀਆਂ ਦਵਾਈਆਂ, ਦੂਜੀਆਂ ਚੀਜ਼ਾਂ ਜਿਹੜੀਆਂ ਛੱਡ ਦਿੰਦੇ ਆ। ਪਿਛਲੇ ਹਫਤੇ ਅਸੀਂ ਸ਼ੂਗਰ ਦੇ ਬਾਰੇ ਗੱਲ ਕੀਤੀ ਸੀਗੀ ਕਿ ਸ਼ੂਗਰ ਦੇ ਰੋਗ ਤੁਹਾਡੀ ਦਵਾਈ ਇੰਨੀ ਜ਼ਿਆਦਾ ਜਿਹੜੀ ਆ ਫੇਮਸ ਹੋ ਗਈ ਹੈ, ਪਰ ਲੋਕਾਂ ਦੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਕਿ ਉਹਨਾਂ ਤੱਕ ਦਵਾਈ ਨਹੀਂ ਪਹੁੰਚ ਰਹੀ। ਕੀ ਕਾਰਨ ਨੇ? ਅਰਸ਼, ਕੀ ਦੱਸਾਂ, ਉਹ ਦਵਾਈ ਐਸੀ ਹੈ, ਆਪਾਂ ਅੱਗੇ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ ਕਿ ਉਹ ਦਵਾਈ ਨਹੀਂ ਹੈ, ਉਹ ਦੁਆ ਹੈ। ਉਹ ਕਿਸੇ ਦੀ ਦਿੱਤੀ ਹੋਈ ਮੈਨੂੰ ਦੁਆ ਹੈ। ਉਹਦੇ 'ਚ ਉਹੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਦੀ ਡੱਬੀ ਦੇ ਉੱਤੇ ਲਿਖੀਆਂ ਹੋਈਆਂ। ਉਹ ਕੋਈ ਵੀ ਬਣਾ ਲਵੇ, ਲੇਕਿਨ ਉਹ ਜਦੋਂ ਕੋਈ ਵੀ ਬਣਾਉਂਦਾ ਹੈ ਤੇ ਮੇਰਾ ਹੱਥ ਨਹੀਂ ਲੱਗਦਾ ਨਾ ਉਹਨੂੰ, ਤੇ ਉਹ ਦੁਆ ਅਸਰ ਨਹੀਂ ਕਰਦੀ। ਉਹ ਇਸ ਲਈ ਮੈਂ ਉਹਨੂੰ ਦਵਾਈ ਨਹੀਂ ਕਹਿੰਦਾ, ਉਹਨੂੰ ਦੁਆ ਕਹਿੰਦਾ ਹੈ। ਕਿਸੇ ਬਜ਼ੁਰਗ ਦੀ ਦਿੱਤੀ ਹੋਈ ਦੁਆ, ਅੱਗੇ ਵੀ ਆਪਾਂ ਇੱਕ ਦਿਨ ਜ਼ਿਕਰ ਕੀਤਾ ਸੀਗਾ। ਤੇ ਜਦੋਂ ਉਸ ਦਵਾਈ ਨੂੰ ਮੇਰੇ ਥਰੂ ਜਾਂਦੀ ਹੈ ਉਹ ਦਵਾਈ, ਉਹਨਾਂ ਨੇ ਇਹ ਕਿਹਾ ਸੀਗਾ ਕਿ ਜਦੋਂ ਤੂੰ ਮਰ ਗਿਆ ਇਹ ਨੁਸਖਾ ਵੀ ਮਰ ਗਿਆ ਸ਼ੂਗਰ ਵਾਲਾ। ਜਦੋਂ ਤੱਕ ਤੂੰ ਜ਼ਿੰਦਾ ਤੇ ਤੂੰ ਆਪਣੇ ਕੋਲੋਂ ਦਿੰਦਾ ਰਹੇਗਾ, ਉਦੋਂ ਤੱਕ ਇਹਦਾ ਅਸਰ ਵੀ ਹੁੰਦਾ ਰਹੇਗਾ। ਐਸੀ ਦਵਾਈ ਆ ਉਹ ਸ਼ੂਗਰ ਦੀ। ਮੈਂ ਤੇ ਉਹਦੀ ਪਬਲਿਸਿਟੀ ਨਹੀਂ ਕਰਦਾ। ਅਗਰ ਅਰਸ਼ੋ ਦੀ ਮੈਂ ਪਬਲਿਸਿਟੀ ਕਰਨ ਲੱਗਾ ਨਾ ਤੇ ਪੂਰੀ ਦੁਨੀਆ 'ਚੋਂ ਸ਼ੂਗਰ ਮੁੱਕ ਜਾਏ, ਔਰ ਪੂਰੀ ਦੁਨੀਆ 'ਚ ਮੈਨੂੰ ਉਹਦੀ ਦਵਾਈ ਪੂਰੀ ਨਾ ਕਰ ਪਾਵਾਂ। ਮੈਂ ਤੇ ਕੈਨੇਡਾ ਨਹੀਂ ਪੂਰੀ ਕਰ ਪਾਉਂਦਾ, ਪਾਕਿਸਤਾਨ 'ਚ ਪੂਰੀ ਨਹੀਂ ਕਰ ਪਾਉਂਦਾ, ਤੇ ਪੂਰੀ ਦੁਨੀਆ 'ਚ ਕਿੱਥੋਂ ਪੂਰੀ ਕਰਨੀ ਹੈ। ਉਹ ਦਵਾਈ ਨੂੰ ਪਹੁੰਚਾਉਣ ਦਾ ਇੱਕ ਮਸਲਾ ਹੈ। ਉਹ ਮਸਲਾ ਇਹ ਹੈ ਕਿ ਉਹ ਮੇਰੇ ਕੋਲ ਇੰਨੀ ਜਗ੍ਹਾ ਨਹੀਂ ਹੈਗੀ। ਇੱਥੇ ਤਾਂ ਕੰਟੇਨਰ ਚਾਹੀਦਾ ਉਸ ਦਵਾਈ ਦਾ, ਹਰ ਹਫ਼ਤੇ, ਹਰ ਮਹੀਨੇ, ਹਰ ਹਫ਼ਤੇ ਕੰਟੇਨਰਾਂ 'ਚੋਂ ਚਾਹੀਦੀ। ਮੈਂ ਇੱਥੇ ਕੰਟੇਨਰਾਂ ਦੇ ਕਿੱਥੇ ਖਰਚੇ ਪੂਰੇ ਕਰਦਾ ਰਹਾਂ। ਮੈਂ ਤਾਂ ਬੜੀ ਮੁਸ਼ਕਿਲ ਨਾਲ ਆਪਣਾ ਕਲੀਨਿਕ ਦੇ ਐਕਸਪੈਂਸ ਕੱਢਦਾ, ਜਿਹੜੇ ਲੋਕਾਂ ਕੋਲੋਂ ਆਪਣੀ ਉਹ ਅਪਾਇੰਟਮੈਂਟ ਚਾਰਜਸ ਲੈਣਾ ਨਾ, ਉਹ ਸਿਰਫ ਕਲੀਨਿਕ ਦੇ ਐਕਸਪੈਂਸ ਨਿਕਲਦੇ ਆ, ਬਹੁਤ ਮੁਸ਼ਕਿਲ। ਜਿਹੜੀ ਦਵਾਈ ਹੈ ਉਹ ਤੇ ਅਸੀਂ ਆਲਰੇਡੀ ਡਾਊਨ ਸਾਈਜ਼ ਕਰਕੇ ਲੋਕਾਂ ਨੂੰ ਦਿੰਦੇ ਹਾਂ। ਯਾਨੀ ਕੋਈ $100 ਦੀ ਦਵਾਈ ਹੈ ਨਾ, ਮੈਨੂੰ ਆਈ ਤੇ ਮੈਂ ਉਹਨੂੰ 75 ਦੀ ਲੋਕਾਂ ਨੂੰ ਦਿੰਦਾ। ਕਿਉਂ? ਕੌਣ ਦਿੰਦਾ 75? ਮੈਂ ਉਹੀ ਕਹਿ ਰਹੀ ਸੀ ਜੀ, ਉਹਦੇ ਕੌਣ ਦਿੰਦਾ? ਪੈਸਿਆਂ ਦੀ ਅਹਿਮੀਅਤ ਹੀ ਮੁੱਕ ਗਈ ਮੇਰੇ ਅੰਦਰੋਂ। ਦੌਲਤ ਦੀ ਅਹਿਮੀਅਤ ਬੜਾ ਅਰਸਾ ਹੋ ਗਿਆ ਮੁਕਾਤੀ ਹੈ। ਇੰਨੀ ਦੌਲਤ ਦੇਖ ਲਈ, ਇੰਨੀ ਦੌਲਤ ਰੱਬ ਨੇ ਬੜੀ ਦਿੱਤੀ, ਹੁਣ ਉਹਦੀ ਅਹਿਮੀਅਤ ਖਤਮ ਕਰ ਦਿੱਤੀ। ਆਪਣੇ ਕੋਲੋਂ ਵੰਡਦਾ ਜਿੰਨਾ ਹੋ ਸਕੇ। ਬਹੁਤ ਸਾਰੇ ਲੋਕ ਦਵਾਈ ਲੈ ਕੇ ਤੇ ਵਾਪਸ ਕਰਨ ਆ ਜਾਂਦੇ ਆ। ਅੱਛਾ। ਉਹ 100 ਦੀ ਲਈ ਨਾ ਸਪੋਜ਼ ਦਵਾਈ, ਤੇ ਉਹ 75 ਦੀ ਮੈਂ ਉਹਨਾਂ ਨੂੰ ਦਿੱਤੀ ਤੇ ਮੈਂ 25 ਕੋਲੋਂ ਪਾਏ, ਤੇ ਉਹ ਜਦੋਂ ਵਾਪਸ ਕਰਨ ਆਉਂਦੇ ਮੈਂ ਉਹਨਾਂ ਨੂੰ ਕਹਿੰਦਾ ਥੈਂਕ ਯੂ, ਮੇਰੇ 25 ਵਾਪਸ ਆ ਗਏ। ਤੁਸੀਂ ਲੇਕਿਨ ਤੁਹਾਡੀ ਬਦਕਿਸਮਤੀ ਹੈ ਕਿ ਤੁਸੀਂ ਮੇਰੇ $25 ਨਹੀਂ ਲਏ। ਤੁਸੀਂ ਆਪਣੇ 75 ਦੀ ਖਾਤਰ ਤੁਸੀਂ ਮੇਰੇ 25 ਵਾਪਸ ਕਰ ਗਏ ਹੋ, ਬਹੁਤ ਥੈਂਕ ਯੂ। ਉਹ ਨਹੀਂ, ਉਹ ਅਸੀਂ ਇਸ ਤੋਂ ਵਾਪਸ ਕਰ ਰਹੇ ਹਾਂ ਜੀ, ਸਾਨੂੰ ਫਲਾਣੇ ਨੇ ਕਹਿਤਾ, ਫਲਾਣੇ ਨੇ ਕਹਿਤਾ। ਉਹ 100 ਬਹਾਨੇ ਹੁੰਦੇ। ਲੇਕਿਨ ਇਹ ਜਿਹੜੀ ਸ਼ੂਗਰ ਦੀ ਦਵਾਈ ਹੈ ਨਾ ਅਰਸ਼, ਇਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਆਮ ਵੀ ਨੇ ਤੇ ਇੱਕ ਦੋ ਐਸੀਆਂ ਚੀਜ਼ਾਂ ਜਿਹੜੀਆਂ ਖਾਸ ਵੀ ਨੇ। ਜੀ।
ਇਹਦੇ 'ਚ ਉਹ ਚੀਜ਼ ਹੈ ਜਿਹੜੀ ਤੁਹਾਡੇ ਬੀਟਾ ਸੈਲਸ ਨੂੰ, ਪੈਂਕਰੀਆਜ਼ ਨੂੰ ਰਿਕਵਰ ਕਰਦੀ ਹੈ। ਪੈਂਕਰੀਆਜ਼ ਬੀਟਾ ਸੈਲਸ ਉਹ ਨੇ ਜਿਹੜੇ ਇਨਸੂਲਿਨ ਬਣਾਉਂਦੇ ਨੇ, ਅਲਫਾ ਸੈਲ ਉਹ ਨੇ ਜਿਹੜੇ ਇਨਸੂਲਿਨ ਨੂੰ ਪੋਟੈਂਟ ਕਰਦੇ ਨੇ ਜਾਂ ਇੰਪੋਟੈਂਟ ਕਰਦੇ ਨੇ। ਜਿਵੇਂ ਆਪਾਂ ਕਹਿੰਦੇ ਕਿ ਇੱਕ ਬੰਦਾ ਉਹਦੇ ਅੰਦਰ ਇਨਸੂਲਿਨ ਤੇ ਪੂਰੀ ਬਣ ਰਹੀ ਹੈ, ਬੀਟਾ ਸੈਲਸ ਬਣਾ ਰਿਹਾ, ਲੇਕਿਨ ਉਹ ਪੋਟੈਂਟ ਨਹੀਂ ਹੈਗੀ, ਇੰਪੋਟੈਂਟ ਹੈ, ਯਾਨੀ ਨਲਾਇਕ ਇਨਸੂਲਿਨ ਹੈ। ਉਹ ਸ਼ੂਗਰ ਨੂੰ ਡਾਊਨ ਨਹੀਂ ਕਰਦੀ। ਉਹ ਜਿਹੜਾ ਫੂਡ ਤੁਸੀਂ ਲੈਂਦੇ ਹੋ ਉਹਦੇ 'ਚ ਜਿਹੜਾ ਗਲੂਕੋਜ਼ ਹੈ ਉਹਨੂੰ ਉਹ ਮੈਟਾਬੋਲਾਈਜ਼ ਨਹੀਂ ਕਰਦੀ, ਯਾਨੀ ਉਹਨੂੰ ਤੋੜ ਕੇ એનર્ਜੀ 'ਚ ਕਨਵਰਟ ਨਹੀਂ ਕਰਦੀ। ਉਹ ਇਨਸੂਲਿਨ ਸਹੀ ਨਹੀਂ ਹੈ ਜਿਹੜੀ ਤੁਹਾਡੇ ਬੀਟਾ ਸੈਲਸ ਬਣਾਉਂਦੇ ਉਹ ਵੀ, ਤੇ ਜੇ ਬੀਟਾ ਸੈਲਸ ਇਨਸੂਲਿਨ ਨਹੀਂ ਬਣਾਉਂਦੇ ਉਹ ਵੀ। ਦੋਨਾਂ ਸੂਰਤਾਂ 'ਚ ਇਹ ਦਵਾਈ ਬੀਟਾ ਸੈਲਸ ਨੂੰ ਜਵਾਨ ਕਰਦੀ ਹੈ। ਲੈਟ ਸਪੋਜ਼ ਤੁਹਾਡੇ ਅੰਦਰ 1 ਮਿਲੀਅਨ ਬੀਟਾ ਸੈਲਸ ਨੇ, ਵੈਸੇ ਤਾਂ ਕਈ ਮਿਲੀਅਨਸ ਹੋਣਗੇ, ਲੇਕਿਨ 1 ਮਿਲੀਅਨ ਨੇ ਜਿਹੜੇ ਇੱਕ ਇਨਸਾਨ ਦੇ ਅੰਦਰ ਨੇ। ਸਪੋਜ਼ ਉਹਦੇ ਚੋਂ 70% ਬੀਟਾ ਸੈਲਸ ਤੁਹਾਡੇ ਕੰਮ ਕਰ ਰਹੇ ਨੇ, 30% ਨਹੀਂ ਕਰਦੇ। ਤੇ ਉਹਨਾਂ ਲੋਕਾਂ ਨੂੰ ਇਹ ਹੁੰਦਾ ਹੈ ਕਿ ਤੁਹਾਡੀ ਸ਼ੂਗਰ ਕਦੀ ਸੁਬਹ ਵੱਧ ਆਉਂਦੀ ਹੈ ਤੇ ਕਦੀ ਨਾਰਮਲ ਆਉਂਦੀ ਹੈ, ਕਦੀ ਉਹਨਾਂ ਨੂੰ ਆਪਾਂ ਕਹਿੰਦੇ ਪ੍ਰੀ ਡਾਇਬੈਟਿਕ। ਜਦੋਂ ਤੁਸੀਂ 50 ਦੇ ਅਰਾਊਂਡ ਆਉਂਦੇ ਹੋ, 50% ਬੀਟਾ ਸੈਲਸ ਦੇ ਅਰਾਊਂਡ ਆਉਂਦੇ ਹੋ, ਤੇ ਉਦੋਂ ਤੁਹਾਨੂੰ ਫਿਰ ਸ਼ੂਗਰ ਕੰਟੀਨਿਊਸ ਥੋੜੀ ਹਾਈ ਰਹਿਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਤੁਹਾਨੂੰ ਹਾਲੇ ਚੂੰਕਿ ਪਤਾ ਨਹੀਂ ਹੈ ਜਾਂ ਪਤਾ ਲੱਗ ਵੀ ਗਿਆ ਤੇ ਤੁਸੀਂ ਮਿੱਠਾ ਖਾਣ ਤੋਂ ਅਵੋਇਡ ਨਹੀਂ ਕਰ ਰਹੇ, ਤੇ ਉਹਦਾ ਇਹ ਨੁਕਸਾਨ ਹੁੰਦਾ ਹੈ ਕਿ ਤੁਸੀਂ ਹੌਲੀ ਉਹ 50% ਜਿਹੜੇ ਬੀਟਾ ਸੈਲਸ ਨੇ ਜਾਂ 500,000 ਜਿਹੜੇ ਰਹਿ ਗਏ ਨੇ ਉਹ ਰਿਡਿਊਸ ਹੋ ਕੇ ਉਹ 40% ਤੇ ਆ ਜਾਂਦੇ ਨੇ, 30% ਤੇ ਆ ਜਾਂਦੇ ਨੇ। ਫਿਰ ਹੌਲੀ ਉਹ ਡਾਊਨ ਹੁੰਦੇ ਜਾਂਦੇ, ਕਿਉਂਕਿ ਜਿਹੜੀਆਂ ਵੀ ਮਾਰਕੀਟ 'ਚ ਟ੍ਰੈਡੀਸ਼ਨਲ ਗੋਲੀਆਂ ਅਵੇਲੇਬਲ ਹੈ ਉਹ ਕੀ ਕਰਦੀਆਂ, ਉਹ ਬੀਟਾ ਸੈਲਸ ਤੇ ਜਾ ਕੇ ਸਖਤੀ ਕਰਦੀਆਂ, ਉਹਨਾਂ ਨੂੰ ਇੰਡਿਊਸ ਕਰਦੀਆਂ ਕਿ ਤੁਸੀਂ ਹੋਰ ਇਨਸੂਲਿਨ ਬਣਾਓ। ਕਿਉਂਕਿ ਬੰਦੇ ਨੇ ਫੂਡ ਖਾਧੀ ਹੈ, ਉਹਦੇ ਕੋਲੇ ਗਲੂਕੋਜ਼ ਦੀ ਇੰਨੀ ਕੁਆਂਟੀਟੀ ਹੈ, ਤੇ ਤੁਸੀਂ ਜਿਹੜੀ ਇਨਸੂਲਿਨ ਬਣਾ ਰਹੇ ਹੋ, ਕਿਉਂਕਿ ਤੁਹਾਡੀ ਅੱਧੀ ਫੋਰਸ ਮਰ ਗਈ ਹੈ ਬੀਟਾ ਸੈਲਸ ਦੀ, ਅੱਧੇ ਫੌਜੀ ਰਹਿ ਗਏ ਨੇ, ਤੇ ਤੁਸੀਂ ਇੰਨੀ ਬਣਾ ਰਹੇ ਹੋ, ਫੂਡ ਉਹਨੇ ਇੰਨੀ ਖਾਧੀ ਹੈ, ਤੇ ਹੁਣ ਇੰਨੀ ਇਨਸੂਲਿਨ ਉਹਨੂੰ ਕਵਰ ਨਹੀਂ ਕਰ ਪਾ ਰਹੀ ਇੰਨੀ ਫੂਡ ਨੂੰ, ਤੇ ਤੁਸੀਂ ਹੋਰ ਬਣਾਓ। ਉਹ ਫਿਰ ਵਿਚਾਰੇ ਜਿਹੜੇ ਉਹਨੇ ਅੱਧੇ ਫੌਜੀ ਹੁੰਦੇ ਨੇ ਉਹ ਬਾਕੀ ਫੌਜੀਆਂ ਦਾ ਕੰਮ ਕਰਦੇ ਨੇ। ਕਿਹੜੇ ਆਸਾਨ ਅਲਫਾਜ਼ 'ਚ ਸਮਝਾ। ਬਿਲਕੁਲ ਜੀ, ਬਿਲਕੁਲ। ਇਹ ਚੀਜ਼ਾਂ ਜਿਹੜੀਆਂ ਸਮਝ ਆ ਜਾਂਦੀਆਂ ਨੇ ਡਾਕਟਰ ਸਾਹਿਬ, ਵੀ ਜੇ ਅਸੀਂ ਈਜ਼ੀਲੀ ਸਮਝਾਉਂਦੇ ਹੈਗੇ ਆ, ਪਰ ਇਹ ਚੀਜ਼ਾਂ ਅੰਦਰ ਹੋ ਰਹੀਆਂ ਸਾਡੇ ਤੇ ਸਾਨੂੰ ਪਤਾ ਲੱਗਦਾ ਹੀ ਨਹੀਂ ਸਾਨੂੰ, ਜਦੋਂ ਤੱਕ ਟੈਸਟਿੰਗ ਨਾ ਹੋਵੇ, ਕੋਈ ਅੱਖ ਵਾਲਾ ਡਾਕਟਰ ਨਾ ਹੋਵੇ। ਇੱਥੇ ਇਹੋ ਜਿਹੇ ਡਾਕਟਰਾਂ ਦਾ ਹਾਲ ਹੈ, ਮੈਂ ਹੁਣ ਉਹਨਾਂ ਦਾ ਕੀ ਦੱਸਾਂ ਤੁਹਾਨੂੰ। ਉਹ ਜਦੋਂ ਇੰਨੀ ਇਨਸੂਲਿਨ ਤੁਸੀਂ ਐਕਚੁਅਲ ਉਹਨਾਂ ਦਾ ਵਰਕ ਹੈ, ਤੇ ਤੁਸੀਂ ਉਹਨਾਂ ਨੂੰ ਜ਼ਬਰਦਸਤੀ ਇੰਨੀ ਲਓਗੇ ਤੇ ਕੱਪੜਾ ਨਿਚੋੜਨ ਵਾਲੀ ਗੱਲ ਹੈ। ਜਦੋਂ ਗਿੱਲੇ ਕੱਪੜੇ ਨੂੰ ਨਿਚੋੜੋ ਤੇ ਉਹ ਇੱਕ ਟਾਈਮ ਤੱਕ ਉਹਦੇ 'ਚੋਂ ਪਾਣੀ ਨਿਕਲਦਾ ਹੈ, ਜਦੋਂ ਉਹਨੂੰ ਹੋਰ ਨਿਚੋੜੋ ਤੇ ਉਹ ਫਟਣਾ ਸ਼ੁਰੂ ਹੋ ਜਾਂਦਾ। ਉਹ ਬਾਹਰ ਦੀਆਂ ਗੋਲੀਆਂ ਇਹੀ ਕਰਦੀਆਂ। ਉਹ ਜਿਹੜੇ 50% ਬਚੇ ਹੁੰਦੇ ਨੇ ਤੁਹਾਡੇ ਬੀਟਾ ਸੈਲਸ, ਉਹ 40 ਤੇ ਆ ਜਾਂਦੇ ਨੇ, ਫਿਰ ਉਹ ਹੋਰ ਨਿਚੋੜਦੇ ਨੇ, ਫਿਰ ਹੋਰ ਥੱਲੇ ਆ ਜਾਂਦੇ, ਕੱਪੜਾ ਪਾਟ ਜਾਂਦਾ, ਫਿਰ ਉਹ ਕਹਿੰਦੇ ਨੇ ਬਾਹਰੋਂ ਇਨਸੂਲਿਨ ਲਾਓ। ਇਹੀ ਵਜ੍ਹਾ ਹੈ ਕਿ ਤੁਹਾਨੂੰ ਅਗਲੇ ਸਟੈਪ ਤੇ ਇਨਸੂਲਿਨ ਤੇ ਲੈ ਜਾਂਦੇ ਨੇ ਕਿ ਬਾਹਰੋਂ ਲਾਓ, ਕਿਉਂਕਿ ਅੰਦਰ ਬੀਟਾ ਸੈਲਸ ਵਿਚਾਰੇ ਹੈ ਹੀ ਨਹੀਂ, ਉਹਦਾ ਬੇਹੋਸ਼ ਆ ਜਾਂ ਮੁੱਕੇ ਪਏ ਨੇ ਗਰੀਬ ਫੌਜੀ, ਤੁਹਾਡੇ ਸਾਰੇ ਜ਼ਖਮੀ ਹੋਏ ਨੇ। ਤੇ ਜ਼ਖਮੀ ਫੌਜੀ ਨੇ ਕੀ ਕੰਮ ਕਰਨਾ, ਜਿੰਨੀਆਂ ਮਰਜ਼ੀ ਉਹਨੂੰ ਜ਼ਬਰਦਸਤੀ ਕਰੋ ਗੋਲੀ ਖਵਾ ਕੇ ਕਿ ਨਹੀਂ ਤੂੰ ਬਣਾ ਇਨਸੂਲਿਨ, ਉਹ ਕਿੱਥੋਂ ਬਣਾਏਗਾ। ਇਹ ਜਿਹੜੀ ਦਵਾਈ, ਜਿਹੜੀ ਅਸੀਂ ਦਵਾਈ ਇੰਟਰੋਡਿਊਸ ਕਰਾਈ, ਉਹ ਇਹ ਕਰਦੀ ਹੈ ਕਿ ਉਹਨਾਂ ਹੀ ਬੀਟਾ ਸੈਲਸ ਨੂੰ ਜਾ ਕੇ ਤਾਕਤ ਦਿੰਦੀ ਹੈ, ਉਹਨਾਂ ਦੇ ਜ਼ਖਮਾਂ ਤੇ ਮਰਹਮ ਰੱਖਦੀ ਹੈ, ਉਹਨਾਂ ਨੂੰ ਜ਼ਿੰਦਾ ਕਰਦੀ ਹੈ, ਉਹਨਾਂ ਨੂੰ ਰੀਜੂਵਿਨੇਟ ਕਰਦੀ ਹੈ, ਉਹਨਾਂ ਨੂੰ ਜਵਾਨ ਕਰਦੀ ਹੈ। ਉਹੀ ਬੀਟਾ ਸੈਲਸ ਜਿਹੜੇ ਕੰਮ ਛੱਡ ਕੇ ਬੈਠੇ ਹੋਏ ਸੀ, ਜਦੋਂ ਉਹਨਾਂ ਨੂੰ ਵਾਈਟਾਮਿਨ ਮਿਲਦਾ, ਉਹਨਾਂ ਦਾ ਮਲਟੀ ਵਾਈਟਾਮਿਨ ਮਿਲਦਾ, ਉਹਨਾਂ ਨੂੰ ਜ਼ਿੰਦਗੀ ਮਿਲਦੀ ਹੈ, ਉਹਨਾਂ ਦੇ ਅੰਦਰ ਰੂਹ ਨਵੀਂ ਆਉਂਦੀ ਹੈ, ਜਦੋਂ ਉਹ ਤਾਕਤ ਫੜਦੇ ਨੇ ਤੇ ਉਹ ਆਪਣਾ ਕੰਮ ਆਪ ਹੀ ਕਰਨ ਲੱਗ ਜਾਂਦੇ ਨੇ। ਕੁਦਰਤ ਦਾ ਨਿਜ਼ਾਮ ਹੈ, ਰੱਬ ਦਾ ਇੱਕ ਸਿਸਟਮ ਹੈ, ਉਹਨੇ ਜਿਹੜਾ ਆਰਗਨ ਅੰਦਰ ਲਗਾਇਆ, ਉਹ ਜਿਹੜੇ ਕੰਮ ਲਈ ਲਗਾਇਆ, ਉਹਨੇ ਉਹ ਆਪਣਾ ਕੰਮ ਕਰਨਾ ਹੀ ਕਰਨਾ। ਉਹ ਪਹਿਲਾਂ 1% ਠੀਕ ਹੋਏ, ਫਿਰ ਹੌਲੀ 2% ਹੋਏ, 3% ਹੋਏ, 10% ਠੀਕ ਹੋਏ, 20%। ਉਹਨਾਂ ਦੀ ਕੁਆਂਟੀਟੀ, ਉਹਨਾਂ ਦੀ ਮਿਕਦਾਰ, ਤਾਦਾਦ ਵੱਧਦੀ ਜਾਂਦੀ ਹੈ ਜਿਹੜੇ ਠੀਕ ਬੀਟਾ ਸੈਲਸ। ਜਦੋਂ ਬੀਟਾ ਸੈਲਸ ਦੀ ਤਾਦਾਦ ਵੱਧਦੀ ਜਾਂਦੀ ਹੈ ਤੇ ਉਹ 50% ਕ੍ਰਾਸ ਕਰ ਜਾਂਦੇ ਨੇ, ਤੇ ਫਿਰ ਤੁਹਾਡੀ ਸ਼ੂਗਰ ਡਾਊਨ ਹੋਣਾ ਸ਼ੁਰੂ ਹੋ ਜਾਂਦੀ ਹੈ। ਤੁਹਾਡੇ ਉਹੀ ਬੀਟਾ ਸੈਲਸ ਪੂਰੀ ਇਨਸੂਲਿਨ ਬਣਾਉਣਾ ਸ਼ੁਰੂ ਕਰ ਦਿੰਦੇ ਨੇ। ਜਦੋਂ ਸ਼ੂਗਰ ਡਾਊਨ ਹੁੰਦੀ ਹੈ, ਫਿਰ ਅਸੀਂ ਕਹਿੰਦੇ ਹਾਂ ਹੁਣ ਤੁਸੀਂ ਪਰਹੇਜ਼ ਘੱਟ ਕਰ ਦਿਓ, ਖਤਮ ਕਰ ਦਿਓ ਪਰਹੇਜ਼। ਸਰ, ਇਸ ਦਵਾਈ ਦੇ ਖਾਣ ਦਾ, ਇਸ ਦਵਾਈ ਦੀ ਦੁਆ ਹੋਣ ਦਾ ਸਬੂਤ ਇਹ ਹੈ ਕਿ ਇਹਦੇ ਵਿੱਚ ਪਰਹੇਜ਼ ਹੀ ਨਹੀਂ ਰਹਿੰਦਾ। ਤੁਹਾਨੂੰ ਅਲਾਉਡ ਹੈ ਸਭ ਕੁਝ ਖਵਾਓ, ਸਵਾਏ ਇੱਕ ਵਾਈਟ ਚੀਨੀ ਤੋਂ, ਜਾਂ ਜਿਹਦੇ 'ਚ ਵਾਈਟ ਚੀਨੀ ਪਈ ਹੋਈ ਹੈ। ਉਹਦਾ ਵੀ ਮੈਂ ਤੁਹਾਨੂੰ ਅੱਜ ਦੱਸਦਾ ਕਿ ਵਾਈਟ ਚੀਨੀ ਤੋਂ ਮਨਾ ਕਿਉਂ ਕਰਦੇ ਹਾਂ ਅਸੀਂ। ਵਾਈਟ ਚੀਨੀ ਜਿਹੜੀ ਹੈ, ਉਹਦੇ ਵਿੱਚ ਚੂਨਾ ਜਿਹੜਾ ਆਪਾਂ ਦੀਵਾਰਾਂ ਤੇ ਕਰੀਦਾ, ਕੈਲਸ਼ੀਅਮ ਕਾਰਬੋਨੇਟ, ਇਹ ਪਾ ਕੇ ਉਹਦਾ ਮੋਲੈਸਿਸ ਸਾਫ਼ ਕੀਤਾ ਜਾਂਦਾ।
ਉਹਦੇ ਉੱਪਰੋਂ ਗੰਦਗੀ ਜਿਹੜੀ ਆ ਉਤਾਰੀ ਜਾਂਦੀ ਹੈ, ਜਿਹੜਾ ਉਹ ਗੰਨੇ ਦੀ ਰਾਬ ਦੇ ਉੱਪਰ ਨਹੀਂ ਹੋ ਜਾਂਦੀ ਉਹ ਬਲੈਕ ਉਹਦੀ ਸਫਾਈ ਕਰਨ ਲਈ ਚੂਨਾ ਇਸਤੇਮਾਲ ਕੀਤਾ ਜਾਂਦਾ। ਔਰ ਕੈਲਸ਼ੀਅਮ ਕਾਰਬੋਨੇਟਸ ਜਿਹੜੇ ਨੇ, ਕੈਲਸ਼ੀਅਮ ਦੇ ਨਾਲ ਕਾਰਬੋਨੇਟਸ ਹੁੰਦੇ ਨੇ, ਉਹ ਜਿਹੜੇ ਕਾਰਬੋਨੇਟਸ ਨੇ ਉਹ ਬਾਡੀ 'ਚ ਇੱਕ ਐਸਿਡ ਪੈਦਾ ਕਰਦੇ ਨੇ ਜਿਹਦਾ ਨਾਮ ਹੈ ਜ਼ਿੰਥੋਰੋਨਿਕ ਐਸਿਡ। ਉਹ ਜ਼ਿੰਥੋਰੋਨਿਕ ਐਸਿਡ ਦਾ ਵੱਡਾ ਇੱਕ ਦੁਸ਼ਮਣ ਆ ਬਾਡੀ 'ਚ, ਜਿਹਨੂੰ ਜਾ ਕੇ ਉਹ ਪਹਿਲੇ ਸਟੈਪ ਤੇ ਹੀ ਮਾਰਦਾ, ਉਹ ਹੈ ਪੈਂਕਰੀਆਸ ਦੇ ਬੀਟਾ ਸੈਲਸ। ਉਹ ਉਹਨਾਂ ਨੂੰ ਕਿਲ ਕਰਦਾ ਜਾ ਕੇ। ਜਦੋਂ ਚੀਨੀ ਤੁਸੀਂ ਖਾ ਰਹੇ ਹੋ, ਕਾਰਬੋਨੇਟਸ ਜਾ ਰਹੇ ਅੰਦਰ, ਜ਼ਿੰਥੋਰੋਨਿਕ ਐਸਿਡ ਪੈਦਾ ਹੋ ਰਿਹਾ ਬਾਡੀ 'ਚ, ਉਹ ਜਾ ਕੇ ਐਸਿਡ ਤੁਹਾਡੇ ਬੀਟਾ ਸੈਲਸ ਨੂੰ ਮਾਰਦਾ, ਜਿਹੜੇ ਪੈਂਕਰੀਆਸ ਦੇ ਬੀਟਾ ਸੈਲਸ ਜਿਹੜੇ ਵਿਚਾਰੇ ਇਨਸੂਲਿਨ ਬਣਾਉਂਦੇ। ਜਦੋਂ ਉਹਨਾਂ ਨੂੰ ਉਹ ਬਾਹਰੋਂ ਇੱਕ ਦੁਸ਼ਮਣ ਤੁਸੀਂ ਖਾਈ ਜਾ ਰਹੇ ਹੋ, ਉਹਨਾਂ ਨੂੰ ਕਿਲ ਕਰੀ ਜਾ ਰਿਹਾ, ਤੇ ਉਹ ਕਿੱਥੋਂ ਠੀਕ ਹੋਣਗੇ? ਇਸ ਲਈ ਅਸੀਂ ਪਹਿਲੇ ਸਟੈਪ ਤੇ ਜਿਹਦੇ 'ਚ ਚੀਨੀ ਪਈ ਜਾਂ ਜਿਹੜੀ ਚੀਨੀ ਹੈ ਵਾਈਟ, ਜਿਵੇਂ ਸੋਡਾ ਹੈ, ਇੱਕ ਪੈਪਸੀ ਦੀ ਛੋਟੀ ਬੋਤਲ ਹੈ ਨਾ ਜਿਹੜੀ ਕੇਨ ਹੈ ਜਿਹੜਾ, ਉਹਦੇ 'ਚ ਤੁਸੀਂ ਦੇਖੋ 45 ਗ੍ਰਾਮ ਸ਼ੂਗਰ ਹੁੰਦੀ ਹੈ, ਐਵਰੇਜ 48 ਵੀ ਹੁੰਦੀ ਹੈ ਕਈ ਦਫਾ ਮੈਂ ਪੜ੍ਹਿਆ। ਉਹ ਤਕਰੀਬਨ 8.5-9 ਚਮਚ ਬਣਦੀ ਹੈ ਵੱਡੇ ਜਿਹੜੇ ਚਾਵਲ ਖਾਣ ਵਾਲੇ, 8.5 ਚਮਚ ਤੁਸੀਂ ਚੀਨੀ ਇੱਕ ਬੋਤਲ 'ਚ ਪੀ ਲੈਂਦੇ। ਜੀ ਬਿਲਕੁਲ, ਇੱਕ ਗਲਾਸ ਦੇ ਬਰਾਬਰ ਹੁੰਦਾ। ਹੁਣ ਜੇ ਤੁਸੀਂ ਕਹਿੰਦੇ ਹੋ ਮੈਂ ਚਾਹ ਫਿੱਕੀ ਪੀਣਾ ਪਰ ਮੈਂ ਕੋਕ ਪੀ ਲੈਣਾ ਨਾਲ, ਕੋਕ ਕਦੀ ਐਵੇਂ ਅੱਧੀ ਜਾਂ ਅਲਕੋਹਲ ਲੈ ਲੈਂਦੇ ਹੋ, ਉਹ ਵੀ ਬੀਟਾ ਸੈਲਸ ਨੂੰ ਤਬਾਹ ਕਰਦਾ, ਅਲਕੋਹਲ ਵੀ। ਤੇ ਜਦੋਂ ਉਹ ਚੀਨੀ ਤੁਸੀਂ ਨਹੀਂ ਛੱਡੋਗੇ ਤੇ ਜਿਹੜੀ ਮਰਜ਼ੀ ਦਵਾਈ ਖਾਈ ਜਾਓ, ਜਿੰਨੀ ਠੀਕ ਹੋਈ ਓਨੀ ਖਰਾਬ ਹੋ ਗਈ। ਉਹ ਤੇ 2 ਕਦਮ ਅੱਗੇ 3 ਕਦਮ ਪਿੱਛੇ, 2 ਕਦਮ ਅੱਗੇ 3 ਕਦਮ ਪਿੱਛੇ। ਉਹ ਸਾਡੇ ਕਹਿੰਦੇ ਹੁੰਦੇ ਨਾ, ਅੱਗਾ ਦੌੜ ਪਿੱਛਾ ਚੌੜ। ਤੇ ਇਸ ਦਵਾਈ ਨਾਲ ਇਹ ਹੁੰਦਾ ਹੈ ਕਿ ਤੁਸੀਂ ਬੀਟਾ ਸੈਲਸ ਨੂੰ ਰਿਜੂਵੀਨੇਟ ਕਰ ਲੈਂਦੇ ਹੋ। ਬੀਟਾ ਸੈਲਸ ਜਦੋਂ ਜਵਾਨ ਹੋ ਜਾਂਦੇ ਫਿਰ ਉਹ ਆਪਣਾ ਕੰਮ ਆਪ ਕਰਦੇ, ਫਿਰ ਤੁਹਾਡਾ ਬਾਕੀ ਮਿੱਠਾ ਖਾਣ ਨਾਲ ਸ਼ੂਗਰ ਉਨੀ ਨਹੀਂ ਵੱਧਦੀ। ਜਿਹੜਾ ਨੈਚੁਰਲ ਮਿੱਠਾ, ਫਰੂਟਸ 'ਚ ਸੁਕਰੋਜ਼ ਵੀ ਹੁੰਦਾ ਤੇ ਫਰੁਕਟੋਜ਼ ਵੀ ਹੁੰਦਾ। ਜਿਹੜਾ ਸੁਕਰੋਜ਼ ਹੈ ਉਹ ਸ਼ੂਗਰ ਵਧਾਉਂਦਾ ਹੈ, ਜਿਹੜਾ ਫਰੁਕਟੋਜ਼ ਹੈ ਉਹ ਸ਼ੂਗਰ ਨਹੀਂ ਵਧਾਉਂਦਾ। ਬਹੁਤ ਸਾਰੇ ਫਰੂਟ ਐਸੇ ਜਿਨ੍ਹਾਂ 'ਚ ਫਰੁਕਟੋਜ਼, ਜਿਹਨੂੰ ਮਿੱਠਾ ਕਰਦਾ ਜਿਹੜਾ, ਉਹ ਕੁਆਂਟੀਟੀ ਜ਼ਿਆਦਾ ਹੁੰਦੀ, ਜਿਵੇਂ ਪੀਚ ਹੈ। ਪੀਚ ਬਹੁਤ ਅੱਛਾ ਹੈ ਸ਼ੂਗਰ ਦੇ ਪੇਸ਼ੈਂਟ ਲਈ, ਕਿਉਂਕਿ ਉਹਦੇ ਸੁਕਰੋਜ਼ ਘੱਟ ਹੈ। ਸੁਕਰੋਜ਼ ਸ਼ੂਗਰ ਇਨਕਰੀਜ਼ ਕਰਦਾ, ਫਰੁਕਟੋਜ਼ ਨਹੀਂ ਕਰਦਾ। ਉਹ ਤੁਸੀਂ ਫਰੁਕਟੋਜ਼ ਜਿੰਨਾ ਮਰਜ਼ੀ ਖਾਓ, ਉਹ ਪੀਚ ਜਿੰਨਾ ਮਰਜ਼ੀ ਖਾਓ, ਲੇਕਿਨ ਸ਼ੁਰੂ 'ਚ ਜ਼ਰਾ ਐਵਰੇਜ ਖਾਓ, ਇੱਕ ਪੀਚ ਰੋਜ਼ ਖਾਓ, ਫਿਰ ਹੌਲੀ ਹੌਲੀ ਜਿਹੜੇ ਮਰਜ਼ੀ ਫਰੂਟ ਖਾਓ। ਜਦੋਂ ਇਹ ਪਹਿਲੇ ਸਟੈਪ ਤੇ ਤੁਸੀਂ ਫਰੂਟ ਬਾਕੀ ਪਰਹੇਜ਼ ਖਤਮ ਕਰਤੇ, ਫਰੂਟ ਖਾ ਰਹੇ ਹੋ, ਸਾਰਾ ਕੁਝ ਖਾ ਰਹੇ ਹੋ, ਤੁਹਾਡੀ ਸ਼ੂਗਰ ਇਨਕਰੀਜ਼ ਨਹੀਂ ਹੋ ਰਹੀ। ਅਗਲੇ ਸਟੈਪ ਤੇ ਅਸੀਂ ਕੀ ਕਰਦੇ, ਫਿਰ ਹੋਰ ਬੀਟਾ ਸੈਲ ਨਾਲ ਜੁੜ ਜਾਂਦੇ ਹੋਣੀ ਦੇਰ। ਉਸ ਸਟੈਪ ਤੇ ਕੀ ਕਰਦੇ, ਇਹ ਪਹਿਲੀ ਦਵਾਈ ਹੈ ਦੁਨੀਆ ਦੀ ਸ਼ੂਗਰ ਦੀ ਜਿਹੜੀ ਰਿਡਿਊਸ ਹੁੰਦੀ ਹੈ। ਤੁਸੀਂ ਕਦੇ ਅੱਜ ਤੱਕ ਸੁਣਿਆ ਕਿ ਸ਼ੂਗਰ ਦੀ ਦਵਾਈ ਘਟਦੀ ਹੋਵੇ? ਵੱਧਦੀ ਹੈ। ਇੱਕ ਗੋਲੀ ਸ਼ੁਰੂ ਕੀਤੀ, ਫਿਰ ਡਾਕਟਰ ਕਹਿੰਦੇ ਸਵੇਰ ਸ਼ਾਮ ਕਰ ਦੇ ਇੱਕ ਗੋਲੀ, ਫਿਰ ਕਹਿੰਦੇ ਹੁਣ 2 ਸਵੇਰ 2 ਸ਼ਾਮ ਕਰ ਦੇ, ਫਿਰ ਕਹਿੰਦੇ ਹੁਣ ਨਾਲ ਇੱਕ ਹੋਰ ਲਾ ਦੇ, ਫਿਰ ਉਹ ਇੱਕ ਹੋਰ ਜਿਹੜੀ ਉਹ ਇੱਕ ਹੋਰ ਨਾਲ ਸ਼ਾਮ ਨੂੰ ਕਰ ਦੇ, ਫਿਰ ਉਹਦੇ ਨਾਲ ਇੱਕ ਤੀਸਰੇ ਸਟੈਪ ਦੀ ਗੋਲੀ ਲਾ ਦੇ, ਹੁਣ ਉਹਨਾਂ ਨੂੰ 2 ਕਰ ਦੇ ਸ਼ਾਮ ਨੂੰ। ਹੁਣ ਉਹ ਸਾਰੀਆਂ ਅਸਰ ਨਹੀਂ ਕਰਦੀਆਂ, ਹੁਣ ਇਨਸੂਲਿਨ ਤੇ ਆ ਜਾ, ਵੱਧਦੀ ਹੈ ਨਾ। ਇਹ ਪਹਿਲੀ ਦਵਾਈ ਹੈ ਦੁਨੀਆ ਦੀ, ਕਿਉਂਕਿ ਦਵਾਈ ਨਹੀਂ ਹੈ, ਦੁਆ ਹੈ। ਇਹ ਪਹਿਲੀ ਦਵਾਈ ਹੈ ਦੁਨੀਆ ਦੀ ਜਿਹੜੀ ਵਕਤ ਦੇ ਨਾਲ ਰਿਡਿਊਸ ਹੁੰਦੀ ਹੈ। ਅੱਛਾ ਡਾਕਟਰ ਸਾਹਿਬ, ਤੁਸੀਂ ਸਾਇੰਸ ਬੇਸਡ ਵੀ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਸੈਲਸ ਵੱਧਦੇ ਨੇ, ਕਿਸ ਤਰ੍ਹਾਂ ਦੇ ਨਾਲ ਘਟ ਜਾਂਦੇ ਨੇ, ਫਿਰ ਉਹ ਕਿਸ ਤਰ੍ਹਾਂ ਦੇ ਨਾਲ ਤੁਹਾਡੀ ਦਵਾਈ ਜਿਹੜੀ ਆ ਉਹ ਉਹਨਾਂ ਨੂੰ ਇਨਕਰੀਜ਼ ਕਰ ਦਿੰਦੀ ਹੈਗੀ ਆ, ਫਿਰ ਹੌਲੀ ਹੌਲੀ ਤੁਸੀਂ ਜਿਹੜੇ ਸਟੇਬਲ ਪੋਜੀਸ਼ਨ ਤੇ ਆ ਜਾਂਦੇ ਆ। ਪਰ ਬਹੁਤੇ ਡਾਕਟਰਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਆ ਕਿ ਨਹੀਂ, ਕੰਟਰੋਲ ਕੀਤਾ ਜਾ ਸਕਦਾ, ਜੜੋਂ ਨਹੀਂ ਮਿਟਾਇਆ ਜਾ ਸਕਦਾ। ਤੁਸੀਂ ਪਹਿਲੇ ਉਹ ਜਿਹੜੇ ਕਹਿੰਦੇ ਆ ਕਿ ਜੜੋਂ ਵੀ ਮਿਟਾਇਆ ਜਾ ਸਕਦਾ। ਹੁਣ ਬਹੁਤ ਸਾਰੇ ਲੋਕ ਜਿਹੜੇ ਤੁਹਾਨੂੰ ਸਵਾਲ ਕਰਦੇ ਹੋਣਗੇ ਕਿ ਹੁਣ ਅਸੀਂ ਸਾਇੰਸ ਬੇਸਡ ਯੁੱਗ 'ਚ ਬੈਠੇ ਆ, ਜਿੱਥੇ ਦੁਆ ਦੀ ਗੱਲ ਹੁੰਦੀ ਹੈ, ਦੁਆ ਦੀ ਗੱਲ ਤਾਂ ਬਹੁਤ ਘੱਟ ਹੁੰਦੀ ਹੈ, ਤੇ ਤੁਸੀਂ ਅਕਸਰ ਦੁਆ ਦੀ ਗੱਲ ਕਰਦੇ ਆ। ਉਹਨਾਂ ਦੇ ਜਦੋਂ ਸਵਾਲ ਆਉਂਦੇ ਆ ਤੇ ਉਹਨਾਂ ਨੂੰ ਕਿਵੇਂ ਬੈਲੈਂਸ ਆਊਟ ਕਰਦੇ? ਅਰਸ਼ 20 ਸਾਲ ਹੋ ਗਏ ਮੈਨੂੰ ਇਸ ਸਵਾਲ ਦਾ ਜਵਾਬ ਦਿੰਦੇ ਹੋਏ। 20 ਇਅਰਸ ਹੋ ਗਏ ਨੇ ਮੈਨੂੰ, ਪਹਿਲੇ ਦਿਨ ਹੀ ਇਹ ਸਵਾਲ ਆ ਗਿਆ ਸੀ। 20 ਇਅਰਸ ਹੋ ਗਏ ਇਸੇ ਸੇਮ ਸਵਾਲ ਦਾ ਜਵਾਬ ਦਿੰਦੇ ਆ, ਹਾਲੇ ਵੀ ਲੋਕ ਨਹੀਂ ਹਟਦੇ ਕਰਨੋਂ। ਚਲੋ ਉਹਨੂੰ ਤੇ ਸਪਿਰਚੁਅਲਿਟੀ ਨੂੰ ਆਪਾਂ ਸਾਈਡ ਤੇ ਕਰ ਦਿੰਦੇ, ਹਾਲਾਂਕਿ ਉਹ ਸਾਈਡ ਤੇ ਨਹੀਂ, ਉਹ ਸਾਡੇ ਉੱਪਰ ਹਾਵੀ ਆ, ਉਹ ਸਾਡੀ ਹਰ ਚੀਜ਼ 'ਚ ਸ਼ਾਮਲ ਆ। ਸਪਿਰਚੁਅਲਿਟੀ ਜਿਹੜੀ ਹੈ, ਦੁਆ ਦਾ ਤਲਕ ਸਾਡੇ ਨਾਲ ਖਤਮ ਨਹੀਂ ਹੋ ਸਕਦਾ। ਜਦੋਂ ਦੁਆ ਦਾ ਤਲਕ ਖਤਮ ਹੋ ਗਿਆ, ਉਦੋਂ ਅਸੀਂ ਮੁੱਕ ਗਏ। ਇਹ ਦੁਆ ਰੱਬ ਨਾਲ ਕਨੈਕਸ਼ਨ ਬਣਾਉਂਦੀ ਹੈ, ਤੇ ਜਦੋਂ ਰੱਬ ਨਾਲ ਕਨੈਕਸ਼ਨ ਮੁੱਕ ਗਿਆ ਤੇ ਫਿਰ ਤੇ ਅਸੀਂ ਪੱਥਰ ਹੋ ਗਏ ਨਾ, ਮਿੱਟੀ ਦੀ ਮੂਰਤਾਂ ਹੋ ਗਏ। ਫਿਰ ਅਸੀਂ ਉਹ ਲੋਕ ਹੋ ਗਏ ਜਿਨ੍ਹਾਂ ਦੇ ਆਪੇ ਹੀ ਜਿਹੜੇ ਪੈਦਾ ਹੋਏ, ਸਾਨੂੰ ਕਿਸੇ ਨੇ ਪੈਦਾ ਕੀਤਾ ਨਾ, ਉਹ ਸਾਡਾ ਰੱਬ ਹੈ, ਤੇ ਉਹਦੇ ਤੋਂ ਹੀ ਅਸੀਂ ਦੁਆ ਕਰਦੇ। ਇਸ ਸਵਾਲ ਦਾ ਜਵਾਬ ਇਹ ਹੈ, ਸਾਇੰਟੀਫਿਕਲੀ ਤੇ ਮੈਂ ਆਲਰੇਡੀ ਪ੍ਰੂਫ ਕਰ ਦਿੱਤਾ ਤੁਹਾਨੂੰ ਕਿ ਬੀਟਾ ਸੈਲਸ ਜਦੋਂ ਰੀਜੂਵੀਨੇਟ ਹੁੰਦੇ ਆ ਉਸ ਦਵਾਈ ਨਾਲ, ਯੈਸ, ਜਿਹੜੇ ਇਹ ਕਹਿੰਦੇ ਨੇ ਨਾ ਕਿ ਇਹ ਸ਼ੂਗਰ ਖਤਮ ਨਹੀਂ ਹੋ ਸਕਦੀ, ਕੰਟਰੋਲ ਹੋ ਸਕਦੀ ਹੈ, ਉਹ 100% ਟਰੂ ਕਹਿੰਦੇ, ਕਿਉਂਕਿ ਉਹਨਾਂ ਕੋਲ ਦਵਾਈ ਉਹ ਜਿਹਦੇ ਨਾਲ ਖਤਮ ਨਹੀਂ ਹੋ ਸਕਦੀ, ਕੰਟਰੋਲ ਹੋ ਸਕਦੀ ਹੈ।
ਮੇਰੇ ਕੋਲੇ ਹੁਣ 20 ਸਾਲ ਦਾ ਐਕਸਪੀਰੀਅੰਸ ਹੋ ਗਿਆ ਇਸੇ ਦਵਾਈ ਦੀ ਇੰਟਰੋਡਕਸ਼ਨ ਦਾ। 20 ਸਾਲ ਗੁਜ਼ਰ ਗਏ ਨੇ। ਮੇਰੇ ਕੋਲੇ ਲੱਖ ਤੋਂ ਜ਼ਿਆਦਾ ਪੇਸ਼ੈਂਟ ਨੇ ਜਿਹੜੇ ਠੀਕ ਹੋ ਚੁੱਕੇ ਨੇ। ਇਹ 57-58 ਹਜ਼ਾਰ ਤੇ 90s ਚ ਸੀਗੇ। ਉਸ ਤੋਂ ਬਾਅਦ ਮੈਂ ਗਿਣਨੇ ਹੀ ਛੱਡ ਦਿੱਤੇ। ਹੁਣ ਲੱਖ ਤਾਂ ਹੋ ਕੇ ਹੋਣੇ, ਕਈ ਲੱਖ ਹੋ ਗਏ ਹੋਣੇ ਸ਼ਾਇਦ, ਮੈਂ ਤਾਂ ਕਾਊਂਟ ਹੀ ਨਹੀਂ ਹੁਣ ਕਰਦਾ। ਅੱਗੇ ਅਸੀਂ ਰਿਕਾਰਡ ਰੱਖਦੇ ਸੀ, ਹੁਣ ਉਹ ਵੀ ਨਹੀਂ ਰੱਖਦੇ। ਉਹ ਚੀਜ਼ਾਂ ਸਸਤੀਆਂ ਕਰਦੇ ਜਾ ਰਹੇ ਤਾਂ ਕਿ ਰਿਕਾਰਡ ਤੇ ਕੀਪਰ ਤੇ ਜਿੰਨੇ ਪੈਸੇ ਲੱਗਦੇ ਨੇ ਉਹ ਦਵਾਈ ਹੋਰ ਸਸਤੀ ਕਰ ਦਿਓ। ਅੱਛਾ, ਉਹ ਬੀਟਾ ਸੈਲਸ ਦੀ ਦਵਾਈ ਹੈ ਹੀ ਨਹੀਂ ਜਿਹੜੀ ਉਹ ਦਿੰਦੇ। ਉਹ ਤੇ ਦਵਾਈ ਹੈ ਬੀਟਾ ਸੈਲਸ ਕੋਲੋਂ ਜ਼ਬਰਦਸਤੀ ਇਨਸੂਲਿਨ ਲੈਣ ਦੀ, ਤੇ ਉਹਦੇ ਨਾਲ ਕੰਟਰੋਲ ਹੀ ਹੋ ਸਕਦੀ ਹੈ, ਉਹਦੇ ਨਾਲ ਠੀਕ ਤੇ ਨਹੀਂ ਹੋ ਸਕਦੀ। ਜਦੋਂ ਤੁਸੀਂ ਬੀਟਾ ਸੈਲਸ ਨੂੰ ਤਾਂ ਮਾਰੀ ਜਾ ਰਹੇ ਹੋ ਜਿਨ੍ਹਾਂ ਨੇ ਇਨਸੂਲਿਨ ਪੈਦਾ ਕਰਨੀ, ਤੇ ਉਹਦੇ ਨਾਲ ਠੀਕ ਕਿੱਥੋਂ ਹੋਏਗੀ? ਜਦੋਂ ਤੁਸੀਂ ਕਿਸੇ ਆਰਗਨ ਨੂੰ ਠੀਕ ਕਰਨ ਦੀ ਦਵਾਈ ਦੇ ਰਹੇ ਹੋ ਤੇ ਫਿਰ ਕੰਟਰੋਲ ਤੋਂ ਬਾਅਦ ਅਗਲਾ ਸਟੈਪ, ਜਦੋਂ ਆਰਗਨ ਠੀਕ ਹੋਏਗਾ ਤਾਂ ਉਹਨੇ ਆਪਣੀ ਡਿਊਟੀ ਪੂਰੀ ਕਰਨੀ ਹੈ ਨਾ। ਜਿਹੜੀ ਉਹਦੀ ਡਿਊਟੀ ਰੱਬ ਨੇ ਲਾਈ ਹੈ ਉਹ ਡਿਊਟੀ ਤਾਂ ਉਹਨੇ ਪੂਰੀ ਕਰਨੀ ਹੈ। ਉਹ ਓਬਵੀਅਸਲੀ ਮੋਰ ਇਨਸੂਲਿਨ ਜਨਰੇਟ ਕਰਦਾ ਹੈ। ਜਦੋਂ ਉਹ ਮੋਰ ਇਨਸੂਲਿਨ ਜਨਰੇਟ ਕਰਦਾ ਹੈ ਤੇ ਇਹ ਕੰਟਰੋਲ ਤੋਂ ਅਗਲੇ ਸਟੈਪ ਤੇ ਆ ਜਾਂਦੀ ਹੈ, ਫਿਰ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਹੁਣ ਮੈਂ ਇਹਦਾ ਪ੍ਰੂਫ ਦਿੰਦਾ ਕਿ ਇਹ ਠੀਕ ਕਿਵੇਂ ਹੋ ਰਹੀ ਹੈ। ਚਲੋ 1% ਅਗਰ ਅਸੀਂ ਮੰਨ ਲਈਏ ਕਿ ਇਹ ਠੀਕ ਨਹੀਂ ਹੋ ਰਹੀ, ਕੰਟਰੋਲ ਹੋ ਰਹੀ ਹੈ। ਜਦੋਂ ਤੁਸੀਂ ਦਵਾਈ ਸ਼ੁਰੂ ਕੀਤੀ 4 ਟੈਬਲੇਟਸ ਤੋਂ ਅਸੀਂ ਸ਼ੁਰੂ ਕਰਾਂਗੇ ਯੂਜੂਅਲੀ, ਲੇਕਿਨ ਨਾਰਮਲੀ ਮੈਂ 3 ਟੈਬਲੇਟ ਤੋਂ ਕਰਾਉਣਾ। ਵੈਸੇ ਦੀ ਐਕਚੁਅਲ ਡੋਜ਼ 4 ਟੈਬਲੇਟਸ ਤੋਂ 6-6 ਘੰਟੇ ਬਾਅਦ ਇੱਕ ਟੈਬਲੇਟ। ਜਦੋਂ ਤੁਸੀਂ ਦਵਾਈ ਸ਼ੁਰੂ ਕੀਤੀ ਉਦੋਂ 6-6 ਘੰਟੇ ਬਾਅਦ ਦਵਾਈ ਖਾਂਦੇ ਹੋਏ ਤੁਹਾਡੀ ਸ਼ੂਗਰ ਜਿਹੜੀ ਨਾਰਮਲ ਨਹੀਂ ਸੀ ਪਹਿਲੇ, ਤੇ ਉਹ ਗੈਪ ਕਵਰ ਹੋਏਗਾ, ਨਾਰਮਲ ਤੇ ਆਏਗੀ, ਫਿਰ ਉਹ ਨਾਰਮਲ ਹੋ ਗਈ। ਜਦੋਂ ਨਾਰਮਲ ਹੋ ਗਈ ਤੇ ਤੁਸੀਂ ਪਰਹੇਜ਼ ਖਤਮ ਕਰਤਾ, ਬਾਕੀ ਚੀਜ਼ਾਂ ਖਾਣੀਆਂ ਸ਼ੁਰੂ ਕਰਤੀਆਂ। ਹੁਣ ਉਹ ਜਿਹੜੀਆਂ ਬਾਕੀ ਚੀਜ਼ਾਂ ਖਾਂਦੇ ਹੋ ਉਹਨਾਂ ਦੀ ਵਜ੍ਹਾ ਨਾਲ ਜਿਹੜੀ ਸ਼ੂਗਰ ਵੱਧ ਰਹੀ ਹੈ, ਦਵਾਈ ਤੇ ਉਹੀ ਹੈ ਨਾ, ਉਨੀ ਹੈ, 4 ਗੋਲੀਆਂ ਖਾ ਰਹੇ ਹੋ, ਉਹਨਾਂ ਦੀ ਵਜ੍ਹਾ ਨਾਲ ਜਿਹੜੀ ਸ਼ੂਗਰ ਵੱਧ ਰਹੀ ਹੈ ਉਹ ਕੌਣ ਕੰਟਰੋਲ ਕਰ ਰਿਹਾ? ਅਗਲੇ ਸਟੈਪ ਤੇ ਆ ਜਾਓ। 4 ਗੋਲੀਆਂ ਤੋਂ ਅਸੀਂ 3 ਗੋਲੀਆਂ ਕਰ ਦਿੰਦੇ, 6-6 ਘੰਟਿਆਂ ਤੋਂ 8-8 ਘੰਟੇ ਤੇ ਇੱਕ ਗੋਲੀ ਕਰ ਦਿੰਦੇ। ਫਿਰ 2 ਮਹੀਨੇ ਤੋਂ ਪਹਿਲੇ ਜਦੋਂ 8-8 ਘੰਟੇ ਤੇ ਇੱਕ ਗੋਲੀ ਹੋ ਗਈ, ਤੁਸੀਂ ਪਰਹੇਜ਼ ਵੀ ਨਹੀਂ ਕਰ ਰਹੇ, ਤੁਸੀਂ ਦਵਾਈ ਵੀ ਘੱਟ ਕਰਤੀ 25%, ਕਿਹੜੀ ਚੀਜ਼ ਸ਼ੂਗਰ ਕੰਟਰੋਲ ਕਰ ਰਹੀ? ਡੈਫੀਨਿਟਲੀ ਤੁਹਾਡੇ ਅੰਦਰੋਂ ਕੁਝ ਠੀਕ ਹੋ ਰਿਹਾ ਤੇ ਉਹ ਹੁਣ ਸ਼ੂਗਰ ਨੂੰ ਕੰਟਰੋਲ ਕਰ ਰਿਹਾ ਨਾ। ਉਹ ਪਰਸੈਂਟੇਜ 25% ਜਿਹੜੀ ਦਵਾਈ ਘਟਾਈ ਹੈ, ਉਹ 25% ਤੁਹਾਡੇ ਅੰਦਰੋਂ ਕੁਝ ਠੀਕ ਹੋਇਆ ਜਿਹੜਾ ਦਵਾਈ ਦੀ ਜਗ੍ਹਾ ਤੇ ਕੰਮ ਕਰ ਰਿਹਾ। ਅਗਲੇ 2-4 ਮਹੀਨਿਆਂ 'ਚ ਅਸੀਂ 50% ਦਵਾਈ ਘੱਟ ਕਰ ਦਿੰਦੇ। ਯਾਨੀ ਉਹੀ ਗੋਲੀ ਜਿਹੜੀ 6-6 ਘੰਟਿਆਂ ਤੇ ਸੀ, ਫਿਰ 8-8 ਘੰਟਿਆਂ ਤੇ ਹੋਈ। ਫਿਰ ਜਿਵੇਂ ਸ਼ੂਗਰ ਤੁਹਾਡੀ ਲੋ ਰਹਿਣਾ ਸ਼ੁਰੂ ਹੋ ਗਈ, ਤੁਸੀਂ ਪਰਹੇਜ਼ ਵੀ ਨਹੀਂ ਕਰੀ ਜਾ ਰਹੇ ਤੇ ਫਿਰ ਵੀ ਸ਼ੂਗਰ ਲੋ ਹੋਣ ਲੱਗ ਗਈ, ਫਿਰ ਇਹਨੂੰ 12-12 ਘੰਟਿਆਂ ਤੇ ਕਰ ਦਿੰਦੇ। ਲੇਕਿਨ ਟਾਈਮ ਇਕੁਅਲ ਰੱਖਦੇ, ਇਹ ਨਹੀਂ ਕਿ ਸਵੇਰ ਦੁਪਹਿਰ ਸ਼ਾਮ, ਐਸਾ ਨਹੀਂ ਹੈ। ਇਸ ਦਵਾਈ ਨਾਲ ਟਾਈਮ ਦਾ ਖਿਆਲ ਰੱਖਣਾ। ਜਦੋਂ ਅਸੀਂ 12-12 ਘੰਟਿਆਂ ਤੇ ਕਰਤੀ, ਸਪੋਜ਼ ਸਵੇਰ 6 ਵਜੇ ਖਾਦੀ ਤੇ ਸ਼ਾਮ 6 ਵਜੇ, ਸਵੇਰ 8 ਵਜੇ ਖਾਦੀ ਤੇ ਸ਼ਾਮ 8 ਵਜੇ, 12-12 ਘੰਟਿਆਂ ਤੇ ਇੱਕ ਗੋਲੀ ਤੇ ਆ ਗਏ, ਉਹ 50% ਦਵਾਈ ਖਤਮ ਹੋ ਗਈ ਹੈ, ਪਰਹੇਜ਼ ਵੀ ਖਤਮ ਹੋ ਗਿਆ ਹੈ। ਤੇ 50% ਦਵਾਈ ਦਾ ਕੰਮ ਕੌਣ ਕਰ ਰਿਹਾ? ਕੁਝ ਠੀਕ ਹੋ ਰਿਹਾ ਤੇ ਕਰ ਰਿਹਾ ਨਾ। ਇਹਨੂੰ ਕੰਟਰੋਲ ਕਵਾਂਗੇ ਜਾਂ ਠੀਕ ਕਰਾਂਗੇ? ਹੁਣ ਅਗਲੇ ਸਟੈਪ ਤੇ ਆ ਜਾਓ। ਸਰ ਮੇਰੇ ਕੋਲੇ ਇੰਨੇ ਜ਼ਿਆਦਾ ਪੇਸ਼ੈਂਟਸ ਨੇ ਇਸ ਗੱਲ ਦੇ ਜਿਹੜੇ ਅੱਧੀ ਗੋਲੀ ਰੋਜ਼ ਖਾਂਦੇ, ਔਰ ਇੰਨੇ ਜ਼ਿਆਦਾ ਪੇਸ਼ੈਂਟ ਨੇ ਇਸ ਗੱਲ ਦੇ ਜਿਹੜੇ ਅੱਧੀ ਗੋਲੀ ਇੱਕ ਦਿਨ ਛੱਡ ਕੇ ਬਾਅਦ ਖਾਂਦੇ। ਸ਼ੂਗਰ ਤੇ 48 ਘੰਟੇ ਬਗੈਰ ਦਵਾਈ ਤੋਂ ਕੰਟਰੋਲ ਰਹਿ ਹੀ ਨਹੀਂ ਸਕਦੀ। ਇਹਨਾਂ ਦੀ ਦਵਾਈ ਨਾਲ ਤੇ 48 ਘੰਟੇ ਕੀ 24 ਘੰਟੇ ਨਹੀਂ ਬਗੈਰ ਦਵਾਈ ਤੋਂ ਕੰਟਰੋਲ ਰਹਿ ਸਕਦੀ। ਉਹ ਜਿਹੜੇ ਇੱਕ ਦਿਨ ਛੱਡ ਕੇ ਖਾਂਦੇ ਆ, ਉਹਨਾਂ ਦੀ ਸ਼ੂਗਰ 48 ਘੰਟੇ ਕੌਣ ਕੰਟਰੋਲ ਕਰ ਰਿਹਾ? ਅੰਦਰੋਂ ਕੁਝ ਠੀਕ ਹੋ ਰਿਹਾ ਤੇ ਕਰ ਰਿਹਾ ਨਾ। ਫਿਰ ਅਗਲੇ ਸਟੈਪ ਤੇ 1 ਹਫ਼ਤਾ ਬਾਅਦ ਚਲੀ ਜਾਂਦੀ ਹੈ ਦਵਾਈ। ਅੱਧੀ ਗੋਲੀ 1 ਹਫ਼ਤੇ ਬਾਅਦ ਖਾਣੀ ਹੈ। ਮੈਂ ਲੋਕਾਂ ਨੂੰ ਅਕਸਰ ਕਹਿੰਦਾ ਕਿ ਇਹਨੂੰ ਛੱਡਿਓ ਨਾ, ਹਫ਼ਤੇ ਬਾਅਦ ਹੀ ਖਾ ਲਿਆ ਕਰੋ। ਅੱਧੀ ਗੋਲੀ ਕੀ ਕਹਿੰਦੀ ਹਫ਼ਤੇ ਬਾਅਦ? ਲੇਕਿਨ ਉਹ ਬਹੁਤ ਸਾਰੇ ਮੇਰੇ ਪੇਸ਼ੈਂਟ ਨੇ ਜਿਨ੍ਹਾਂ ਨੇ ਸਾਲ ਕਈ ਸਾਲ ਹੋ ਗਏ ਦਵਾਈ ਨਹੀਂ ਖਾਧੀ, ਉਹ ਕਹਿੰਦੇ ਅਸੀਂ ਠੀਕ ਹਾਂ, ਅਸੀਂ ਕਿਉਂ ਖਾਈਏ? ਲੇਕਿਨ ਮੇਰੀ ਇਹ ਸਲਾਹ ਹੈ ਕਿ ਅੱਧੀ ਗੋਲੀ ਜ਼ਰੂਰ ਖਾ ਲੈਣਾ, ਇਹਨੂੰ ਨਾ ਛੱਡਣਾ। ਉਹਦੇ ਨਾਲ ਇਹ ਹੋਏਗਾ ਕਿ ਜਿਹੜੇ ਬੀਟਾ ਸੈਲਸ ਤੁਹਾਡੇ ਡਾਊਨ ਹੋ ਰਹੇ, ਫਿਰ ਬਾਹਰੋਂ ਤੇ ਅਸੀਂ ਚੀਜ਼ਾਂ ਖਾ ਰਹੇ ਹਾਂ ਨਾ, ਉਹ ਗਲਤ ਚੀਜ਼ਾਂ ਜਾ ਕੇ ਅੰਦਰ ਡੈਮੇਜ ਕਰ ਰਹੀਆਂ। ਉਹ ਜਿਹੜੇ ਡਾਊਨ ਹੋ ਰਹੇ ਨੇ ਉਹਨਾਂ ਨੂੰ ਉਹ ਫਿਰ ਬਿਹਤਰ ਕਰਦੀ ਰਹਿੰਦੀ। ਜੀ ਬਿਲਕੁਲ ਉਮੀਦ ਕਰਦੇ ਹਾਂ ਜਿਵੇਂ ਬਾਕੀ ਚੀਜ਼ਾਂ ਸਾਨੂੰ ਅਸੀਂ ਕਹਿ ਦਿੰਦੇ ਹਾਂ ਸਪਲਾਈ ਤੇ ਡਿਮਾਂਡ ਦਾ ਕਨਸੈਪਟ ਅਸੀਂ ਹਮੇਸ਼ਾ ਦੇਖਦੇ ਹੁੰਦੇ ਹਾਂ ਕਿ ਜਦੋਂ ਸਪਲਾਈ ਵੱਧ ਜਾਂਦੀ ਹੈ ਤਾਂ ਫਿਰ ਜਦੋਂ ਡਿਮਾਂਡ ਵੱਧ ਜਾਂਦੀ ਹੈ ਤਾਂ ਸਪਲਾਈ ਵੀ ਵਧਾਉਣੀ ਪੈਂਦੀ ਹੈ। ਤੇ ਹੁਣ ਸਪਲਾਈ ਘਟੀ ਹੋਈ ਹੈ, ਸੋ ਤੁਸੀਂ ਸਪਲਾਈ ਵਧਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰੋ, ਚਾਹੇ ਸ਼ੂਗਰ ਦੀ ਦਵਾਈ ਹੈ, ਚਾਹੇ ਅਸੀਂ ਵਰਲਡ ਵਾਈਡ ਇਕੋਨਮੀ ਦੀ ਗੱਲ ਕਰ ਲਈਏ। ਸੋ ਜ਼ਰੂਰ ਅਸੀਂ ਜਿਹੜਾ ਨਾ ਅਸੀਂ ਇੰਟਰਸਟ ਰੇਟ ਵਧਾਉਣੇ ਆ ਤੇ ਨਾ ਹੀ ਤੁਸੀਂ ਦਵਾਈ ਦੇ ਰੇਟ ਵਧਾਉਣੇ ਆ, ਤੇ ਪਰ ਜਿਹੜੀ ਡਿਮਾਂਡ ਉਹ ਅਕਸਰ ਵੱਧ ਰਹੀ ਹੈ ਤੁਹਾਡੇ ਤੱਕ, ਸੋ ਜ਼ਰੂਰ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ। ਉਹਦਾ ਇਲਾਜ ਹੈ, ਸੌਰੀ ਫॉर ਇੰਟਰਪਸ਼ਨ, ਉਹਦਾ ਇਲਾਜ ਹੈ ਕਿ ਜਿੱਥੋਂ ਇਹ ਦਵਾਈ ਆਉਂਦੀ ਹੈ ਨਾ, ਮੈਂ ਤੇ ਮੰਗਾਵਾਂਗਾ ਜ਼ਾਹਿਰ ਹੈ ਤੇ ਮੈਨੂੰ ਚਾਰजेस ਪੈਣਗੇ ਨਾ, ਉਹ ਜਿੱਥੋਂ ਆਉਂਦੀ ਹੈ ਉਹਦਾ ਡਾਇਰੈਕਟ ਰਾਬਤਾ ਲੈ ਲੈਣ
ਤੇ ਉਹਦੇ ਕੋਲੋਂ ਡਾਇਰੈਕਟ ਮੰਗਵਾਈ ਜਾਣ ਲਓ। ਇੱਕ ਨੰਬਰ ਆਪਾਂ ਦੱਸ ਦਿੰਦੇ ਹਾਂ, ਸਕਰੀਨ ਤੇ ਵੀ ਚਲਾ ਦਿੰਦੇ ਹਾਂ ਨੰਬਰ, ਉਹ ਨੋਟ ਕਰ ਲਓ ਪਲੀਜ਼। ਉਹ ਪਾਕਿਸਤਾਨ ਦਾ ਨੰਬਰ ਹੈ। ਉਹ ਰਾਣਾ ਸਾਹਿਬ ਨੇ ਸਾਡੇ ਡਿਸਟ੍ਰੀਬਿਊਟਰ ਜਿਹੜੇ, ਉਹਨਾਂ ਨੂੰ ਉੱਥੇ ਅਸੀਂ ਦਵਾਈ ਬਣਾ ਕੇ ਫੜਾਈ ਹੋਈ ਹੈ। ਤੇ ਉਹ ਜੇ ਅਗਰ ਮੈਂ ਮੰਗਾਵਾਂਗਾ ਤਾਂ ਜ਼ਾਹਿਰ ਹੈ ਹੋਰ ਮਹਿੰਗੀ ਮੈਨੂੰ ਮਹਿੰਗੀ ਪਹੁੰਚੇਗੀ, ਜ਼ਾਹਿਰ ਹੈ, ਔਰ ਰਸਤੇ ਦੇ ਚਾਰजेस ਵੀ ਪੈਣਗੇ। ਤੇ ਉਹ ਜਿੰਨੀ ਮੈਂ ਮੰਗਾ ਸਕਦਾ ਉਨੀ ਕੁ ਤਾਂ ਮੈਂ ਮੰਗਾ ਰਿਹਾ। ਇਸ ਤੋਂ ਜ਼ਿਆਦਾ ਮੈਂ ਮੰਗਾਵਾਂਗਾ ਤੇ ਉਹ ਠੀਕ ਨਹੀਂ, ਫਿਰ ਜ਼ਿਆਦਾ ਮੈਂ ਸ਼ੂਗਰ ਦਾ ਡਾਕਟਰ ਹੀ ਮਸ਼ਹੂਰ ਹੋ ਜਾਣਾ। ਤੇ ਮੇਰੇ ਲੇਬਲ ਨਹੀਂ ਲਵਾਉਣਾ ਚਾਹੁੰਦਾ ਸ਼ੂਗਰ ਦਾ ਡਾਕਟਰ, ਉਹ ਹੋਰ ਵੀ ਬਾਕੀ ਕੰਮ ਵੀ ਆਉਂਦੇ ਸਾਰੇ। ਉਹ ਨੰਬਰ ਪਲੀਜ਼ ਨੋਟ ਕਰ ਲਓ, ਮੈਂ ਦੇਖ ਕੇ ਨੰਬਰ ਦੱਸ ਦੇਣਾ ਤੁਹਾਨੂੰ, ਤੇ ਉਹ ਤੁਸੀਂ ਫੀਡ ਕਰ ਲਓ ਆਪਣੇ ਕੋਲੇ। ਜੀ ਬਿਲਕੁਲ, ਜਿਵੇਂ ਸਿਰ ਡਾਕਟਰ ਸਾਹਿਬ ਨੰਬਰ ਲੱਭਦੇ ਹੈਗੇ ਨੇ ਤੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਤੁਹਾਨੂੰ ਇਹ ਤੁਸੀਂ ਇੱਕ ਵਾਰੀ ਇਹਨਾਂ ਨਾਲ ਗੱਲ ਜਿਹੜੀ ਉਹ ਕਰ ਸਕਦੇ ਆ। ਸਾਰਿਆਂ ਦੀ ਬੋਡੀ ਟਾਈਪ ਡਿਫਰੈਂਟ ਹੋ ਸਕਦੀ ਹੈ, ਸਿਚੁਏਸ਼ਨ ਡਿਫਰੈਂਟ ਹੋ ਸਕਦੀ ਹੈ, ਇਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਪਰ ਜੇ ਤੁਸੀਂ ਦਵਾਈ ਮੰਗਵਾਉਣੀ ਵੀ ਹੈ ਤਾਂ ਤੁਸੀਂ ਨੰਬਰ ਤੁਸੀਂ ਇਸ ਨੰਬਰ ਤੋਂ ਮੰਗਾ ਲਓ। ਫਿਰ ਜਦੋਂ ਮੰਗਵਾ ਲਓ ਫਿਰ ਮੈਨੂੰ ਬੇਸ਼ੱਕ ਪੁੱਛ ਲੈਣਾ ਕਿ ਕਿਵੇਂ ਖਾਣੀ ਹੈ, ਉਹ ਮੈਂ ਤੁਹਾਡੀ ਕੰਡੀਸ਼ਨ ਸੁਣ ਕੇ ਉਸ ਹਿਸਾਬ ਨਾਲ ਤੁਹਾਨੂੰ ਦੱਸ ਦਿਆਂਗਾ ਕਿ ਐਵੇਂ ਖਾਣੀ ਹੈ। ਇਹਨਾਂ ਦਾ ਨੰਬਰ ਹੈ ਜੀ, ਰਾਣਾ ਸਾਹਿਬ ਇਹਨਾਂ ਦਾ ਨਾਮ ਹੈ, 0092 ਤੇ ਓਬਵੀਅਸਲੀ ਪਾਕਿਸਤਾਨ ਦਾ ਲਾਹੌਰ ਦਾ ਕੋਡ ਹੈ, 0092 334 56 888 70। ਇਹ ਸਕਰੀਨ ਤੇ ਚਲਾ ਵੀ ਦੇਣਾ ਨੰਬਰ ਜੀ। ਬਿਲਕੁਲ ਜੀ, 0092 334 56 888 70 ਜੀ। ਤੇ ਰਾਣਾ ਸਾਹਿਬ ਨੂੰ ਕਹੋ ਕਿ ਇਹ ਦਵਾਈ, ਇਹਦਾ ਨਾਮ ਹੈ ਗੋਲਡ, ਆਜ਼ੂਕਾਰ ਗੋਲਡ ਦਵਾਈ ਦਾ ਨਾਮ ਹੈ, ਆਜ਼ੂਕਾਰ ਗੋਲਡ, AZUCAR GOLD ਗੋਲਡ। ਜੀ ਇਹ ਸਪੈਸ਼ਲ ਦਵਾਈ ਹੈ, ਸਮਝੋ ਕਿ ਉੱਤੋਂ ਹੀ ਆਈ ਹੈ। ਬਿਲਕੁਲ, ਤੇ ਇਹਦੇ ਨਾਲ ਫਿਰ ਸ਼ੂਗਰ ਦੀਆਂ ਸਾਰੀਆਂ ਪ੍ਰੋਬਲਮ ਜਿਹੜੀਆਂ ਦੂਰ ਹੋ ਜਾਣਗੀਆਂ। ਸੋ ਬਿਲਕੁਲ ਅੱਜ ਸ਼ੂਗਰ ਦੇ ਬਾਰੇ ਫਿਰ ਤੋਂ ਗੱਲਬਾਤ ਕੀਤੀ ਹੈ, ਦਵਾਈ ਦੇ ਬਾਰੇ ਦੱਸਿਆ ਹੈ, ਜਿਨ੍ਹਾਂ ਦੇ ਸਵਾਲ ਨੇ ਉਹਨਾਂ ਦੇ ਡਾਊਟ ਕਲੀਅਰ ਕੀਤੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਕੀ ਮੈਸੇਜ ਹੈ ਜੀ ਐਂਡ ਤੇ? ਮੈਸੇਜ ਜ਼ਰੂਰੀ ਹੈ ਲੈਣਾ, ਬਿਲਕੁਲ ਮੈਸੇਜ ਹੀ ਸਾਰਾ, ਜੀ, ਇਹ ਬਿਲਕੁਲ। ਸਾਰੀਆਂ ਗੱਲਾਂ ਮੈਸੇਜ ਹੀ। ਬਿਲਕੁਲ, ਅਸੀਂ ਪਰ ਫਿਰ ਵੀ ਤੁਹਾਡਾ ਇੱਕ ਮੈਸੇਜ ਜ਼ਰੂਰ ਜਾਣਨਾ ਚਾਹਾਂਗੇ। ਬਹੁਤ ਸਾਰੇ ਲੋਕ ਜਦੋਂ ਕਿਸੇ ਨਾਲ ਜ਼ਿਆਦਤੀ ਕਰਦੇ ਨੇ ਨਾ, ਜਿਹਦੇ ਨਾਲ ਜ਼ਿਆਦਤੀ ਹੁੰਦੀ ਹੈ ਉਹਦਾ ਦਿਲ ਕਰਦਾ ਮੈਂ ਬਦਲਾ ਲਵਾਂ ਕਿਸੇ ਨਾ ਕਿਸੇ ਦਿਨ। ਇਹਦੇ ਕੋਲੋਂ ਜ਼ਰੂਰ ਮੈਂ ਇਹਨੂੰ ਇਹਦਾ ਜਵਾਬ ਦੇਣਾ, ਇਸ ਜ਼ਿਆਦਤੀ ਦਾ, ਇਹਨੇ ਮੇਰੇ ਨਾਲ ਇਹ ਜ਼ੁਲਮ ਕੀਤਾ ਹੈ, ਜ਼ਿਆਦਤੀ ਕੀਤੀ। ਲੇਕਿਨ ਮੇਰਾ ਇੱਕ ਜ਼ਾਤੀ ਮਸ਼ਵਰਾ ਹੈ ਜਿਹੜਾ ਮੈਨੂੰ ਬੜੇ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ ਸਮਝ ਆਇਆ। ਉਹ ਮਸ਼ਵਰਾ ਇਹ ਹੈ ਕਿ ਬਦਲਾ ਲੈਣ ਨਾਲੋਂ ਮਾਫ ਕਰਨ ਦਾ ਸਵਾਦ ਕਈ ਹਜ਼ਾਰ ਗੁਣਾ ਜ਼ਿਆਦਾ ਹੈ। ਬਦਲਾ ਲੈਣ ਨਾਲੋਂ ਮਾਫ ਕਰਨ ਦਾ ਮਜ਼ਾ ਹਜ਼ਾਰਾਂ ਲੱਖਾਂ ਗੁਣਾ ਜ਼ਿਆਦਾ। ਜੇ ਯਕੀਨ ਨਹੀਂ ਆਉਂਦਾ ਨਾ ਤੇ ਅਜ਼ਮਾ ਕੇ ਵੇਖ ਲਓ, ਕਿਸੇ ਨੂੰ ਮਾਫ ਕਰਕੇ ਦੇਖੋ, ਤੁਹਾਨੂੰ ਨਾ ਉਹ ਮਜ਼ਾ ਆਵੇ ਤੇ ਮੈਨੂੰ ਆ ਕੇ ਫਾਇਦਾ। ਬਿਲਕੁਲ ਜੀ, ਸੋ ਬੜਾ ਵਧੀਆ ਤੁਸੀਂ ਮੈਸੇਜ ਵੀ ਦਿੱਤਾ ਹੈਗਾ ਤੇ ਸ਼ੂਗਰ ਦੇ ਬਾਰੇ ਵੀ ਦੱਸਿਆ। ਸੋ ਅਗਲੀ ਵਾਰੀ ਫਿਰ ਤੋਂ ਮੁਲਾਕਾਤ ਹੋਵੇਗੀ। ਅੱਜ ਦੇ ਲਈ ਧੰਨਵਾਦ ਜੀ। ਥੈਂਕ ਯੂ। ਥੈਂਕ ਯੂ ਸੋ ਮਚ। ਸੋ ਡਾਕਟਰ ਮੁਰਤਜ਼ਾ ਦੇ ਨਾਲ ਗੱਲਬਾਤ ਹੋਈ ਹੈ। ਬਾਈਟ ਰੌਕ ਦੇ ਵਿੱਚ ਇਹਨਾਂ ਦਾ ਕਲੀਨਿਕ ਹੈਗਾ, ਇਹਨਾਂ ਨੂੰ ਵਿਜ਼ਿਟ ਕੀਤਾ ਜਾ ਸਕਦਾ, ਅਪਾਇੰਟਮੈਂਟ ਬਣਾਈ ਜਾ ਸਕਦੀ ਹੈ, ਕਾਲ ਕੀਤੀ ਜਾ ਸਕਦੀ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੈ ਉਸ ਬਾਰੇ ਦੱਸਿਆ ਜਾ ਸਕਦਾ ਹੈ ਤੇ ਦਵਾਈ ਬਾਰੇ ਕੰਟੈਕਟ ਕੀਤਾ ਜਾ ਸਕਦਾ ਹੈ। ਇਨਫੋਰਮੇਸ਼ਨ ਤੇ ਅਪਡੇਟ ਦੇ ਲਈ ਦੇਖਦੇ ਰਹੋ ਸਾਂਝਾ ਟੀਵੀ। ਧੰਨਵਾਦ।